हेलो स्टूडेंट्स, मैं सुखिंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। अज का टॉपिक असी 1+2 कंपीटिशन करते पे सी। उहदे अगला टॉपिक है सैलिंग कॉस्ट। ये करांगे बिक्री लागतां। सैलिंग कॉस्ट की हुंदी है असल च, जिस तरह आप जो प्रोडक्ट नूं प्रोड्यूस करते हैं तो रॉ मटीरीयल तो लैके फिनिश्ड प्रोडक्ट तक जी कॉस्ट आती है तो प्रोडक्शन कॉस्ट हो गई। तो प्रोडक्ट के बनन तो लैके फिर उन्होंने सेल करन तक, उन्होंने बेचण तक भी फर्म्स ਨੂੰ बहुत सारे खर्च ਜਿਹੜੇ करने ਪੈਂਦੇ ਆ। ਉਹ खर्च आम करके सैलिंग कॉस्ट ਦੇ ਵਿੱਚ ਆਉਂਦੇ ਆ। ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਕਿਉਂਕਿ ਕਲੋਜ਼ ਸਬਸਟੀਟਿਊਟ ਹੁੰਦੇ ਪ੍ਰੋਡਕਟਸ ਔਰ ਆਸਾਨੀ ਦੇ ਨਾਲ ਤੁਸੀਂ ਇੱਕ ਪ੍ਰੋਡਕਟ ਦੀ ਜਗ੍ਹਾ 'ਤੇ ਦੂਸਰਾ ਪ੍ਰੋਡਕਟ ਯੂਜ਼ ਕਰ ਸਕਦੇ ਹੁੰਦੇ ਹੋ, ਲਾਈਕ ਬਿਸਕਿਟ, ਵਾਸ਼ਿੰਗ ਸੋਪ, ਜੋ ਵੀ ਜਿਹੜਾ ਵੀ ਪ੍ਰੋਡਕਟ ਆ। ਅਤੇ ਉੱਥੇ ਤੁਹਾਨੂੰ ਆਪਣਾ ਪ੍ਰੋਡਕਟ ਵੇਚਣ ਦੇ ਲਈ, ਉਹਦੀ ਸੇਲ ਕਰਨ ਦੇ ਲਈ, ਉਹਦੀ ਸੇਲ ਨੂੰ ਵਧਾਉਣ ਦੇ ਲਈ ਬਹੁਤ ਸਾਰੀ ਐਡਵਰਟਾਈਜ਼ਮੈਂਟਸ ਕਰਨੀਆਂ ਪੈਂਦੀਆਂ। ਉਹਨਾਂ ਨੂੰ ਬਹੁਤ ਜ਼ਿਆਦਾ ਪਬਲਿਸਿਟੀ ਕਰਨੀ ਪੈਂਦੀ ਆ ਔਰ ਇਸ ਦੇ ਲਈ ਪਬਲਿਸਿਟੀ ਦੇ ਲਈ, ਐਡਵਰਟਾਈਜ਼ਮੈਂਟਸ ਦੇ ਲਈ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ ਔਰ ਇਹ ਜਿਹੜਾ ਖਰਚ ਹੈ ਇਹ ਸੈਲਿੰਗ ਕੋਸਟ ਕਹਾਉਂਦਾ। ਔਰ ਪੂਰਨ ਮੁਕਾਬਲਾ ਜਿਹੜਾ ਪਰਫੈਕਟ ਕੰਪੀਟੀਸ਼ਨ ਆ ਉਹਦੇ ਵਿੱਚ ਤਾਂ ਪ੍ਰੋਡਕਟ ਸੇਮ ਹੁੰਦਾ ਆ, ਇਹ ਹੋਮੋਜੀਨੀਅਸ ਪ੍ਰੋਡਕਟਸ ਹੁੰਦੇ ਆ, ਇਸ ਲਈ ਉੱਥੇ ਤਾਂ ਐਡਵਰਟਾਈਜ਼ਮੈਂਟ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਮੋਨੋਪਲੀ ਦੇ ਵਿੱਚ ਇੱਕ ਤਾਂ ਤੁਹਾਡੀ ਮੋਨੋਪਲੀ ਆ, ਉਹਦਾ ਕਲੋਜ਼ ਸਬਸਟੀਟਿਊਟ ਨਹੀਂ ਹੁੰਦਾ, ਅਤੇ ਦੂਸਰਾ ਕਿਉਂਕਿ ਬਹੁਤ ਐਸੈਂਸ਼ੀਅਲ ਪ੍ਰੋਡਕਟ ਹੁੰਦਾ, ਇਸ ਲਈ ਬਹੁਤ ਜ਼ਿਆਦਾ ਜਿਹੜੀ ਲੋੜ ਆ ਉੱਥੇ ਵੀ ਨਹੀਂ ਰਹਿ ਜਾਂਦੀ ਸੈਲਿੰਗ ਕੋਸਟ ਦੀ। ਪਰ ਫਿਰ ਵੀ ਉਹਦੇ ਵਿੱਚ ਵੀ ਥੋੜ੍ਹੀ ਜਿਹੀ ਸੈਲਿੰਗ ਕੋਸਟ ਮੋਨੋਪਲੀ 'ਚ ਹੁੰਦੀ ਆ, ਕਿਉਂਕਿ ਲੋਕਾਂ ਨੂੰ ਅਵੇਅਰ ਕਰਨਾ ਹੁੰਦਾ। ਜਿਸ ਤਰ੍ਹਾਂ ਇਲੈਕਟ੍ਰੀਸਿਟੀ ਵਾਲੇ ਵੀ ਕਰਦੇ ਆ ਕਿ ਇਲੈਕਟ੍ਰੀਸਿਟੀ ਦਾ ਮਿਸਯੂਜ਼ ਨਾ ਕਰੋ, ਵਧੀਆ ਯੂਜ਼ ਕਰੋ, ਉਦੋਂ ਹੀ ਯੂਜ਼ ਕਰੋ ਜਦੋਂ ਜ਼ਰੂਰਤ ਆ। ਇਸ ਲਈ ਥੋੜ੍ਹੀ ਜਿਹੀ ਐਡਵਰਟਾਈਜ਼ਮੈਂਟ ਉੱਥੇ ਵੀ ਕੀਤੀ ਜਾਂਦੀ। ਪਰ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਤਾਂ ਸੈਲਿੰਗ ਕੋਸਟ ਜਿਹੜੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਔਰ ਕਈ ਵਾਰ ਸੇਲ ਨੂੰ ਵਧਾਉਣ ਦੇ ਲਈ, ਪਬਲਿਸਿਟੀ ਕਰਨ ਦੇ ਲਈ ਕਈ ਸਾਰੇ ਤਰੀਕੇ ਆ। ਤੁਸੀਂ ਐਡਵਰਟਾਈਜ਼ਮੈਂਟ ਕਰ ਸਕਦੇ ਹੋ, ਤੁਸੀਂ ਪਬਲਿਸਿਟੀ ਵੈਸੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸੇਲਜ਼ਮੈਨ ਜਿਹੜੇ ਉਹ ਲਗਾ ਸਕਦੇ ਹੋ, ਜਾਂ ਫਿਰ ਤੁਸੀਂ ਦੁਕਾਨਦਾਰਾਂ ਨੂੰ ਕਮਿਸ਼ਨ ਦੇ ਸਕਦੇ ਹੋ, ਜਾਂ ਤੁਸੀਂ ਗਿਫਟਸ ਦੇ ਸਕਦੇ ਹੋ। ਤੁਸੀਂ ਕੋਈ 5%, 10%, 20% ਫਰੀ ਕਰ ਸਕਦੇ ਹੋ। ਬਾਏ 1 ਗੈਟ 1 ਫਰੀ ਆਫਰ ਦੇ ਸਕਦੇ ਹੋ, ਬਾਏ 2 ਗੈਟ 1 ਫਰੀ ਆਫਰ ਇਸ ਤਰ੍ਹਾਂ ਦੇ ਸਕਦੇ ਹੋ। ਇਹ ਸਾਰਾ ਕੁਛ ਜੋ ਤੁਸੀਂ ਆਪਣੀ ਸੇਲ ਨੂੰ ਪ੍ਰਮੋਟ ਕਰਨ ਦੇ ਲਈ ਕਰਦੇ ਪਏ ਹੋ, ਸਾਰਾ ਕੁਛ ਸੈਲਿੰਗ ਕੋਸਟ 'ਚ ਆਏਗਾ। ਔਰ ਪ੍ਰੋਫੈਸਰ ਚੈਂਬਰਲਨ ਨੇ ਕਿਹਾ ਸੀਗਾ, ਸੈਲਿੰਗ ਕੋਸਟ ਆਰ ਕੋਸਟ ਇਨਕਰਡ ਇਨ ਆਰਡਰ ਟੂ ਅਲਟਰ ਦੀ ਪੋਜੀਸ਼ਨ ਆਫ ਦੀ ਸ਼ੇਪ ਆਫ ਦੀ ਡਿਮਾਂਡ ਕਰਵ ਫॉर द ਪ੍ਰੋਡਕਟ। ਸੈਲਿੰਗ ਕੋਸਟ ਇਨਕਲੂਡ ਆਲ ਐਕਸਪੈਂਸਸ ਇਨਕਰਡ ਇਨ ਆਰਡਰ ਟੂ ਇਨਕਰੀਜ਼ ਦੀ ਡਿਮਾਂਡ ਫॉर ਦੀ ਗੁੱਡਸ। ਆਪਣੀਆਂ ਗੁੱਡਸ ਦੀ ਡਿਮਾਂਡ ਨੂੰ ਵਧਾਉਣ ਦੇ ਲਈ ਤੁਸੀਂ ਜਿੰਨੇ ਵੀ ਖਰਚ ਕਰਦੇ ਹੋ ਉਹ ਸਾਰੇ ਸੈਲਿੰਗ ਕੋਸਟ ਕਹਾਉਂਦੇ ਆ, ਰੋਬਰਟ ਯਾਹ ਨੇ ਕਿਹਾ ਸੀਗਾ। ਔਰ ਇਹਦੇ ਵਿੱਚ ਹੁਣ ਸੈਲਿੰਗ ਕੋਸਟ ਨੂੰ ਐਕਸਪਲੇਨ ਕਰਨ ਦੇ ਲਈ, ਸੈਲਿੰਗ ਕੋਸਟ ਦੇ ਕੰਸੈਪਟ ਨੂੰ ਸਮਝਾਉਣ ਦੇ ਲਈ ਕੁਛ ਕੁ ਮਾਨਤਾਵਾਂ ਲਈਆਂ ਜਾਂਦੀਆਂ। ਸਭ ਤੋਂ ਪਹਿਲਾਂ ਕਿ ਜਿਹੜੇ ਤੁਹਾਡੇ ਬਾਇਰਸ ਹੈਗੇ ਆ ਉਹਨਾਂ ਦੀਆਂ ਟੇਸਟ, ਉਹਨਾਂ ਦੀ ਮੰਗ ਅਤੇ ਰੁਚੀ ਵਿੱਚ ਪਰਿਵਰਤਨ ਕੀਤਾ ਜਾ ਸਕਦਾ। ਮੰਨ ਕੇ ਚੱਲਦੇ ਹਾਂ ਆਪਾਂ ਕਿ ਜੋ ਇੱਕ ਪ੍ਰੋਡਕਟ ਲੈਣ ਆਇਆ, ਤੁਸੀਂ ਉਹਨੂੰ ਐਡਵਰਟਾਈਜ਼ ਕਰ ਦੋਗੇ ਆਪਣੇ ਪ੍ਰੋਡਕਟ ਨੂੰ, ਆਪਣੇ ਪ੍ਰੋਡਕਟ ਦੀ ਪਬਲਿਸਿਟੀ ਕਰ ਦੋਗੇ, ਆਪਣੇ ਪ੍ਰੋਡਕਟ ਦੇ ਨਾਲ ਬਾਏ 1 ਗੈਟ 1 ਫਰੀ ਦਾ ਆਫਰ ਦੇ ਦੋਗੇ, ਆਪਣੇ ਪ੍ਰੋਡਕਟ ਨਾਲ ਕੋਈ ਗਿਫਟ ਦੇ ਦੋਗੇ, ਜਾਂ ਆਪਣੇ ਪ੍ਰੋਡਕਟ ਦੇ ਵਿੱਚ 20% 25% ਫਰੀ ਕਰ ਦੋਗੇ। ਮੀਨਸ ਆਪਣੇ ਪ੍ਰੋਡਕਟ ਨੂੰ ਤੁਸੀਂ ਪ੍ਰਮੋਟ ਕਰਨ ਲਈ ਕੁਛ ਕਰ ਦੋਗੇ, ਤਾਂ ਮੰਨ ਕੇ ਚੱਲਦੇ ਹਾਂ ਕਿ ਜਿਹੜਾ ਬਾਇਰ ਆ ਉਹ ਤੁਹਾਡਾ ਪ੍ਰੋਡਕਟ ਖਰੀਦ ਲਏਗਾ, ਮੀਨਸ ਉਹ ਚੇਂਜ ਹੋ ਜਾਏਗਾ। ਅਤੇ ਉਸ ਤੋਂ ਬਾਅਦ ਇਹ ਵੀ ਮੰਨ ਕੇ ਚੱਲਦੇ ਹਾਂ ਕਿ ਜਿਹੜੇ ਬਾਇਰਸ ਆ ਉਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ, ਫੁੱਲ ਇਨਫੋਰਮੇਸ਼ਨ ਨਹੀਂ ਹੁੰਦੀ। ਔਰ ਤੁਸੀਂ ਆਪਣੇ ਪ੍ਰੋਡਕਟ, ਆਪਣੀਆਂ ਕੋਸ਼ਿਸ਼ਾਂ ਦੇ ਨਾਲ ਆਪਣੇ ਪ੍ਰੋਡਕਟ ਵੱਲ, ਆਪਣੇ ਪ੍ਰੋਡਕਟ ਨੂੰ ਖਰੀਦਣ ਦੇ ਲਈ ਉਸਨੂੰ ਜਿਹੜਾ ਉਕਸਾ ਸਕਦੇ ਹੋ, ਉਸਨੂੰ ਆਪਣਾ ਪ੍ਰੋਡਕਟ ਖਰੀਦਣ ਦੇ ਲਈ ਲਿਆ ਸਕਦੇ ਹੋ, ਅਤੇ ਗ੍ਰਾਹਕ ਨੂੰ ਆਪਣੇ ਵੱਲ ਖਿੱਚ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਜਿਹੜਾ ਇਹਦੇ ਵਿੱਚ ਟੌਪਿਕ ਆ ਉਹ ਹੈਗਾ ਡਿਫਰੈਂਸ ਕੀ ਹੁੰਦਾ ਫਿਰ ਸੈਲਿੰਗ ਕੋਸਟ ਅਤੇ ਪ੍ਰੋਡਕਸ਼ਨ ਕੋਸਟ ਦਾ। ਜਿਸ ਤਰ੍ਹਾਂ ਆਪਾਂ ਜਿੱਥੋਂ ਵੀਡੀਓ ਸ਼ੁਰੂ ਕੀਤਾ ਉੱਥੋਂ ਇਹੀ ਕੀਤਾ ਕਿ ਜਦੋਂ ਪ੍ਰੋਡਕਟ ਨੂੰ ਤੁਸੀਂ ਰॉ ਮਟੀਰੀਅਲ ਤੋਂ ਫਿਨਿਸ਼ਡ ਪ੍ਰੋਡਕਟ ਬਣਦਾ, ਉਹਦੇ ਵਿੱਚ ਤੁਸੀਂ ਫੈਕਟਰਸ ਆਫ ਪ੍ਰੋਡਕਸ਼ਨ ਲਗਾਉਂਦੇ ਹੋ, ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ ਲਗਾਉਂਦੇ ਹੋ, ਰॉ ਮਟੀਰੀਅਲ ਲਗਾਉਂਦੇ ਹੋ, ਇਲੈਕਟ੍ਰੀਸਿਟੀ ਦੇ ਖਰਚੇ ਹੁੰਦੇ ਆ, ਤੁਹਾਡੀ ਫਿਕਸਡ ਕੋਸਟ ਹੁੰਦੀ ਆ, ਤੁਹਾਡੀ ਵੇਰੀਏਬਲ ਕੋਸਟ ਹੁੰਦੀ ਆ, ਉਹ ਸਾਰੀਆਂ ਕੋਸਟਸ ਸਾਡੀਆਂ ਪ੍ਰੋਡਕਸ਼ਨ ਕੋਸਟਸ ਹੋਣਗੀਆਂ। ਪਰ ਜਦੋਂ ਤੁਸੀਂ ਆਪਣੇ ਪ੍ਰੋਡਕਟ ਦੀ ਸੇਲ ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਸਾਰੇ ਖਰਚੇ ਕਰਦੇ ਹੋ, ਤੁਸੀਂ ਨਿਊਜ਼ਪੇਪਰਸ ਦੇ ਵਿੱਚ, ਰੇਡੀਓ ਦੇ ਉੱਤੇ, ਟੈਲੀਵਿਜ਼ਨ ਦੇ ਉੱਤੇ, ਮੈਗਜ਼ੀਨਸ ਦੇ ਵਿੱਚ, ਬਹੁਤ ਸਾਰੀਆਂ ਕੰਧਾਂ ਦੇ ਉੱਤੇ ਇਸ਼ਤਿਹਾਰ ਲਗਾ ਦਿੰਦੇ ਹੋ, ਜਾਂ ਵੈਸੇ ਤੁਸੀਂ ਨਿਊਜ਼ TV ਚੈਨਲਸ ਦੇ ਉੱਪਰ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰ ਦਿੰਦੇ ਹੋ, ਜਾਂ ਤੁਸੀਂ ਬੱਸਿਸ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ, ਆਫਿਸਿਸ ਦੇ ਵਿੱਚ ਪੋਸਟਰ ਲਗਾ ਦਿੰਦੇ ਹੋ, ਜਾਂ ਤੁਸੀਂ ਵੈਸੇ ਇਸ਼ਤਿਹਾਰ ਬਣ ਦਿੰਦੇ ਹੋ, ਜਾਂ ਤੁਸੀਂ ਪ੍ਰਾਈਜ਼ ਕੰਟੈਸਟ ਜਿਹੜੇ ਉਹ ਕਰਵਾ ਦਿੰਦੇ ਹੋ, ਜਾਂ ਤੁਸੀਂ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਲਈ ਕੋਈ ਜਿਹੜੇ ਸੈਲੀਬ੍ਰਿਟੀਜ਼ ਆ ਉਹਨਾਂ ਨੂੰ ਯੂਜ਼ ਕਰ ਲੈਂਦੇ ਹੋ। ਉਹ ਜਿਹੜਾ ਖਰਚਾ ਆਏਗਾ ਉਹ ਤੁਹਾਡਾ ਸੈਲਿੰਗ ਕੋਸਟ ਦੇ ਵਿੱਚ ਆਏਗਾ। ਨੈਕਸਟ ਹੈਗਾ ਸ਼ੇਪ ਕੀ ਹੁੰਦੀ ਹੈ ਸੈਲਿੰਗ ਕੋਸਟ ਦੀ। ਸੈਲਿੰਗ ਕੋਸਟ ਦੀ ਸ਼ੇਪ ਯੂ ਸ਼ੇਪ ਹੁੰਦੀ ਹੈ, ਜਿਸ ਤਰ੍ਹਾਂ ਇਹ ਇੱਥੇ
ਇਹ ਯੂ ਸ਼ੇਪ ਹੈਗੀ ਆ। ਫਸਟ ਜਿਹੜਾ ਸੈਲਿੰਗ ਕੋਸਟ ਆ, ਐਵਰੇਜ ਸੈਲਿੰਗ ਕੋਸਟ ਹੈ ਅਸਲ 'ਚ। ਔਰ ਇਹਦੀ ਸ਼ੇਪ ਪ੍ਰੋਫੈਸਰ ਚੈਮਬਰਲੇਨ ਨੇ ਕਿਹਾ ਸੀ ਯੂ ਸ਼ੇਪ ਹੁੰਦੀ ਹੈ ਕਿ ਜਦੋਂ ਤੁਸੀਂ ਸ਼ੁਰੂ 'ਚ ਐਡਵਰਟਾਈਜ਼ਮੈਂਟ ਕਰਦੇ ਹੋ ਤੁਹਾਡੇ ਪ੍ਰੋਡਕਟ ਦੀ ਸੇਲ ਵੱਧਦੀ ਆ ਅਤੇ ਸ਼ੁਰੂ ਵਿੱਚ ਤੁਹਾਡੀ ਕੋਸਟ ਘਟੂਗੀ, ਪਰ ਹੌਲੀ ਹੌਲੀ ਜਿਹੜੀ ਉਹਦੀ ਕੋਸਟ ਆ ਮਿਨੀਮਮ ਲੈਵਲ ਤੋਂ ਆਉਣ ਤੋਂ ਬਾਅਦ ਦੁਬਾਰਾ ਵਧਣੀ ਸ਼ੁਰੂ ਹੋ ਜਾਏਗੀ। ਉਹ ਯੂ ਸ਼ੇਪ ਹੀ ਉਹ ਜਿਹੜੀ ਦੁਬਾਰਾ ਉਹ ਹੋ ਜਾਏਗੀ। ਔਰ ਉਸ ਤੋਂ ਬਾਅਦ ਨੈਕਸਟ ਹੈਗਾ ਕਿ ਸੈਲਿੰਗ ਕੋਸਟ ਜਿਹੜੀ ਤੁਸੀਂ ਕਰਦੇ ਹੋ ਅਤੇ ਫਰਮ ਦਾ ਜਿਹੜਾ ਇਕੁਇਲੀਬਰੀਅਮ ਹੁੰਦਾ ਉਹਦੇ ਵਿੱਚ ਕੀ ਰਿਲੇਸ਼ਨਸ਼ਿਪ ਆ, ਉਹ ਕਿਸ ਤਰ੍ਹਾਂ ਆ। ਔਰ ਇਹਦੇ ਵਿੱਚ ਅਸੀਂ ਮੰਨ ਕੇ ਚੱਲਦੇ ਪਏ ਹਾਂ ਇਹ ਸੈਕੰਡ ਜਿਹੜੀ ਡਾਇਗਰਾਮ ਇਹ ਦਿਸ ਵਨ, ਇਹ ਜਿਹੜੀ ਆ ਇਹ ਤੁਹਾਡੀ ਸੈਲਿੰਗ ਕੋਸਟ ਐਂਡ ਫਰਮ ਇਕੁਇਲੀਬਰੀਅਮ ਦੀ ਡਾਇਗਰਾਮ ਹੈਗੀ ਆ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੰਨ ਲਓ ਕਿ ਕਿਸੇ ਪ੍ਰੋਡਕਟ ਦੀ ਜਿਹੜੀ ਸੇਲ ਅਤੇ ਉਹਦੀ ਜਿਹੜੀ ਕੀਮਤ ਆ ਦੋਨਾਂ ਦੇ ਵਿੱਚ ਪਰਿਵਰਤਨ ਹੋ ਜਾਂਦਾ, ਅਤੇ ਫਰਮ ਨੂੰ ਮੰਨ ਲੈਣਾ ਚਾਹੀਦਾ ਕਿ ਕਿਹੜੀ ਕੀਮਤ ਨਿਰਧਾਰਿਤ ਕੀਤੀ ਜਾਵੇ ਅਤੇ ਕਿੰਨੀ ਜਿਹੜੀ ਸੈਲਿੰਗ ਕੋਸਟ ਕੀਤੀ ਜਾਵੇ। ਇਹ ਫਰਮ ਨੇ ਡਿਸਾਈਡ ਕਰਨਾ। ਇਹ ਨਾ ਹੋਵੇ ਕਿ ਤੁਹਾਡੀ ਸੈਲਿੰਗ ਕੋਸਟ ਜ਼ਿਆਦਾ ਆ ਜਾਏ ਅਤੇ ਤੁਹਾਡੀ ਜਿਹੜੀ ਉਹਦੇ ਨਾਲ ਖਰਚ ਜ਼ਿਆਦਾ ਆ ਜਾਏ। ਮੰਨ ਲਓ ਕਿ ਜਦੋਂ ਤੁਸੀਂ ਸੈਲਿੰਗ ਕੋਸਟ ਕੀਤੀ ਉਹਦੇ ਨਾਲ ਤੁਹਾਡੀ ਡਿਮਾਂਡ ਵਧੀ ਆ। ਜਦੋਂ ਡਿਮਾਂਡ ਵਧੇਗੀ ਤਾਂ ਇਸ ਦੇ ਫਲਸਰੂਪ ਬਿਨਾਂ ਸ਼ੱਕ ਡਿਮਾਂਡ ਵਧੂਗੀ ਤਾਂ ਤੁਸੀਂ ਪ੍ਰੋਡਕਸ਼ਨ ਵਧਾਓਗੇ। ਡਿਮਾਂਡ ਵਧਣ ਦੇ ਕਰਕੇ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਏਗਾ ਅਤੇ ਫਿਰ ਪ੍ਰਾਈਸ ਦੇ ਵਿੱਚ ਵੀ ਵਾਧਾ ਹੋਏਗਾ, ਅਤੇ ਪ੍ਰੋਡਕਸ਼ਨ ਅਤੇ ਪ੍ਰਾਈਸ ਦੋਨਾਂ 'ਚ ਵਾਧਾ ਹੋਏਗਾ। ਸੈਲਿੰਗ ਕੋਸਟ ਦੇ ਵਿੱਚ ਵੀ ਵਾਧਾ ਹੋਏਗਾ। ਫਿਰ ਦੁਬਾਰਾ ਤੁਹਾਡੀ ਡਿਮਾਂਡ ਵਧੇਗੀ। ਮੰਨ ਕੇ ਚੱਲਦੇ ਪਏ ਆਪਾਂ ਕਿ ਜਦੋਂ ਤੁਸੀਂ ਸੇਲ ਕਰਦੇ ਪਏ ਹੋ, ਸੈਲਿੰਗ ਕੋਸਟ ਕਰਦੇ ਪਏ ਹੋ, ਤੁਹਾਡੀ ਡਿਮਾਂਡ ਵੱਧਦੀ ਪਈ ਹੈ। ਇਸ ਲਈ ਇੱਥੇ OX ਤੇ ਆਊਟਪੁੱਟ ਹੈ, OY ਤੇ ਕੋਸਟ ਐਂਡ ਰੈਵਨਿਊ ਹੈਗੇ ਆ। AR1 ਤੁਹਾਡੀ ਐਵਰੇਜ ਰੈਵਨਿਊ ਕਰਵ ਹੈਗੀ ਆ। ਔਰ ACP ਐਵਰੇਜ ਕੋਸਟ ਹੈਗੀ ਆ ਤੁਹਾਡੀ, ਐਵਰੇਜ ਕੋਸਟ ACP ਆ। ਪ੍ਰੋਡਕਸ਼ਨ ਕੋਸਟ ACP ਮੀਨਸ AC ਐਵਰੇਜ, P ਮੀਨਸ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਕੋਸਟ ਆ ਇਹ। ਔਰ AR1 ਤੁਹਾਡੀ ਐਵਰੇਜ ਰੈਵਨਿਊ ਕਰਵ ਆ। ਔਰ ਸ਼ੁਰੂ ਵਿੱਚ ਮੰਨ ਲਓ ਤੁਹਾਡੀ ਜਿਹੜੀ ਕੋਸਟ ਆਉਂਦੀ ਪਈ ਆ ਉਹ OD ਆਉਂਦੀ ਪਈ ਆ, ਅਤੇ ਤੁਸੀਂ ਜਿਹੜਾ OD ਤੁਹਾਡੀ ਕੋਸਟ ਆਉਂਦੀ ਪਈ ਆ ਅਤੇ ਤੁਸੀਂ OA ਪ੍ਰਾਈਸ ਚਾਰਜ ਕਰਦੇ ਪਏ ਹੋ। ਇਸ ਲਈ ABCD ਜਿਹੜਾ ਤੁਹਾਡਾ ਇਹ ਸੁਪਰ ਨੋਰਮਲ ਪ੍ਰੋਫਿਟ ਆ। ਹੁਣ ਮੰਨ ਲਓ ਤੁਸੀਂ ਸੈਲਿੰਗ ਕੋਸਟ ਕਰ ਦਿੰਦੇ ਹੋ। ਜਦੋਂ ਤੁਸੀਂ ਤੁਸੀਂ ਐਡਵਰਟਾਈਜ਼ਮੈਂਟ ਕਰੋਗੇ ਅਤੇ ਤੁਹਾਡੀ ਜਿਹੜੀ ਐਡਵਰਟਾਈਜ਼ਮੈਂਟ ਕਰਨ ਦੇ ਨਾਲ ਡਿਮਾਂਡ ਵਧੂਗੀ ਅਤੇ ਡਿਮਾਂਡ ਤੁਹਾਡੀ AR1 ਤੋਂ AR2 ਦੇ ਉੱਪਰ ਇਸ ਤਰ੍ਹਾਂ ਸ਼ਿਫਟ ਹੋ ਜਾਏਗੀ। ਜਦੋਂ ਉਹ ਸ਼ਿਫਟ ਹੋਏਗੀ ਤਾਂ ਬਿਨਾਂ ਸ਼ੱਕ ਤੁਹਾਡੀ ਪ੍ਰੋਡਕਸ਼ਨ ਕੋਸਟ ਤਾਂ ਸੀਗੀ, ਹੁਣ ਤੁਹਾਡੀ ਸੈਲਿੰਗ ਕੋਸਟ ਵੀ ਆ ਗਈ। ਇਸ ਲਈ ਉਹ ਕੀ ਆ, ACS ਸੈਲਿੰਗ ਕੋਸਟ। ਹੁਣ ਸੈਲਿੰਗ ਕੋਸਟ ਜਦੋਂ ਤੁਹਾਡੀ ਆਈ ਆ ਤਾਂ ਬਿਨਾਂ ਸ਼ੱਕ ਸੈਲਿੰਗ ਕੋਸਟ ਦੇ ਕਰਕੇ ਤੁਹਾਡਾ ਪ੍ਰਾਈਸ ਵੀ ਵਧੂਗਾ। ਤੁਹਾਡਾ ਪ੍ਰਾਈਸ ਜਿਹੜਾ ਪਹਿਲਾਂ OD ਸੀ ਉਹ ਕਿੰਨਾ ਹੋ ਜਾਏਗਾ, ਹੁਣ OF। ਜਿਹੜਾ ਪ੍ਰਾਈਸ ਤੁਹਾਡਾ ਪਹਿਲਾਂ OD ਸੀਗਾ ਹੁਣ ਕਿੰਨਾ ਹੋ ਜਾਏਗਾ, OF। ਪਰ ਹੁਣ ਜਿਹੜੀ ਜਿਹੜੀ ਕੋਸਟ ਜਿਹੜੀ ਤੁਹਾਡੀ ਪਹਿਲਾਂ OD ਸੀ ਹੁਣ ਕਿੰਨੀ ਹੋ ਜਾਏਗੀ, OF। ਪਰ ਜਿਹੜਾ ਤੁਸੀਂ ਹੁਣ ਪ੍ਰਾਈਸ ਚਾਰਜ ਕਰਦੇ ਪਹਿਲਾਂ ਕਿੰਨਾ ਕਰਦੇ ਪਏ ਸੀ, OA, ਪਰ ਹੁਣ ਤੁਸੀਂ ਕਿੰਨਾ ਕਰੋਗੇ, OE। ਇਸ ਲਈ ਹੁਣ ਤੁਹਾਡੇ ਇੱਥੇ ਜਿਹੜੇ ਸੁਪਰ ਨੋਰਮਲ ਪ੍ਰੋਫਿਟ ਹੁੰਦੇ ਪਏ ਆ ਉਹ ਹੁੰਦੇ ਪਏ ਆ FEFGH। ਇਹ ਤੁਹਾਡੇ ਸੁਪਰ ਨੋਰਮਲ ਪ੍ਰੋਫਿਟ ਹੋਣਗੇ। EFGH ਇਹ ਤੁਹਾਡੇ ਸੁਪਰ ਨੋਰਮਲ ਪ੍ਰੋਫਿਟ ਹੋਣਗੇ। ਜੇ ਹੁਣ ਤੁਸੀਂ ਦੁਬਾਰਾ ਫਿਰ ਸੈਲਿੰਗ ਕੋਸਟ ਕਰ ਦਿੰਦੇ ਹੋ, ਬਿਨਾਂ ਸ਼ੱਕ ਐਵਰੇਜ ਰੈਵਨਿਊ ਤੁਹਾਡੀ AR1 ਤੋਂ AR2 ਤੱਕ ਵਧੇਗੀ। ਜਦੋਂ ਤੁਹਾਡੀ ਸੈਲਿੰਗ ਕੋਸਟ ਵਧੂਗੀ ਅਤੇ ਬਿਨਾਂ ਸ਼ੱਕ ਤੁਹਾਡੀ ਕੋਸਟ ਵੱਧ ਜਾਏਗੀ। ਹੁਣ ਤੁਹਾਡੀ ਕੋਸਟ ਜਿਹੜੀ ਕਿੰਨੀ ਹੋ ਜਾਏਗੀ, OL, ਅਤੇ ਤੁਸੀਂ ਪ੍ਰਾਈਸ ਕਿੰਨਾ ਚਾਰਜ ਕਰਨਾ, OI। ਇਸ ਲਈ ILJK ਤੁਹਾਡਾ ਸੁਪਰ ਨੋਰਮਲ ਪ੍ਰੋਫਿਟ ਹੋਏਗਾ। ਇਸ ਤਰ੍ਹਾਂ ਜਿਹੜਾ ਇਕੁਇਲੀਬਰੀਅਮ ਆ ਉਹ ਫਰਮ ਦਾ ਹੁੰਦਾ ਜਦੋਂ ਸੈਲਿੰਗ ਕੋਸਟ ਵੱਧਦੀ ਹੈ। ਠੀਕ ਹੈ ਜੀ। ਹੁਣ ਇਹ ਸੀ ਤੁਹਾਡਾ ਸੈਲਿੰਗ ਕੋਸਟ ਦਾ ਕੰਸੈਪਟ। ਇਹਦੇ ਨਾਲ ਤੁਹਾਡਾ ਮੋਨੋਪੋਲਿਸਟਿਕ ਕੰਸੈਪਟ ਟੋਪਿਕ ਹੈ ਜਿਹੜਾ ਮੋਨੋਪੋਲਿਸਟਿਕ ਕੰਪੀਟੀਸ਼ਨ ਕੰਪਲੀਟ ਹੁੰਦਾ। ਨੈਕਸਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।